सतनाम श्री वाहिगुरु साहिब जीओ। दो कालं परनासी दयालं स्वरूपे। सदा अंग संगे अपंगं बेपूते। बास गियो बखियान सो बैठ कै, ऐसे ही ऐसे सो बैस बतायूं। साच कहूँ सुन लेहु सबै, जिन प्रेम कियो तिन्हि प्रभ पायो। तुद आगे अरदास हमारी, जियो पिंड सब तेरा। कहो नानक सब तेरी वड्याई, कोई नाउ ना जाने मेरा। कहो नानक सब तेरी वड्याई, कोई नाउ ना जाने मेरा। जुगो जुगा टल चवर छादर तख दे मालक, दसां पातशाहियां दी जोत हाजर नाजर। श्री गुरु ग्रंथ साहिब महाराज दे पावन पवित्र सतगुरां दे सन्मुख हजूरी अंदर जुड़ बैठी गुरु प्यारी गुरु सवारी, गुरु की साजी साज के निवाजी। गुरु का खास रूप खालसा साध संगत जियो। आओ कुछ समय लई सतगुरु जी दे पावन पवित्र चरण कमलों दे नाल मन विरतियां कागर करके जुड़ करके बहन दी कृपालता करिए। समय और सवासां नूं सफला करिए। सतगुरां दीयां खुशियां प्राप्त करना करिए। चल रही लड़ीवार शब्द विचार कथा गुरबाणी सरवण करना करिए। आप संगत ने जो हुण तक लड़ीवार शब्द विचार कथा गुरबाणी सरवण कीती है, वो विचार इथों तक सी कि जिस वेले सतगुरु गुरु हरगोबिंद महाराज छेवें पातशाह मेरी पेरी दे मालक कृपालू दयालु सतगुरु जी, सतगुरु जी ने बख्शिश रहमत की है। भाई विधि चंद नूं जो शाहजहां दे दो घोड़े आ, दिलबाग ते गुलबाग, उन्हां नूं लियाउण दी सतगुर दे सन्मुख सेवा सौंपी है। ते बाबा विधि चंद सतगुरु जी तों आग्या लैके हुण काफी लम्मा समा होया इधर जो कि सतगुर दे हुक्म दे अनुसार लाहौर दी धरती ते पहुंचे हुए नूं काफी समा होया। उन्हें उत्थे जिवें किवें करके सतगुर दी बख्शिश रहमत दे नाल कहंदे शाहजहां दे जिहड़े मेन फौजदार एहलकार सिपाही ने उन्हां दे नाल नजदीकियां ਵਧਾਉਣਾ कीतियां ने। हौली हौली दरोगे सोंदा खां जिहड़ा मेन उथों दा करता धरता है, ਉਹਦੇ ਨਾਲ ਇੰਨੀ ਕ ਨਜ਼ਦੀਕੀ ਪ੍ਰਾਪਤ ਕੀਤੀ, ਇੰਨਾ ਕ ਨੇੜਤਾ ਪ੍ਰਾਪਤ ਕੀਤੀ ਹੈ ਕਿ ਸੌਂਦੇ ਖਾਨ ਨੂੰ ਇੰਨਾ ਯਕੀਨ ਹੋ ਗਿਆ ਕਿ ਇਹ ਜਿਹੜਾ ਗਰੀਬ ਮਨੁੱਖ ਹੈ ਬੜਾ ਸਿੱਧਾ ਮਨੁੱਖ ਹੈ ਤੇ ਇਹ ਮਨੁੱਖ ਕਿਸੇ ਪ੍ਰਕਾਰ ਕੋਈ ਇਹਦਾ ਫੇਰੀ ਨਹੀਂ ਕਰੇਗਾ। ਹੁਣ ਸਤਿਗੁਰ ਦੀ ਕਿਰਪਾ ਰਹਿਮਤ ਹੋਈ, ਕਹਿੰਦੇ ਉਹ ਘੋੜੇ ਜਿਹੜੇ
ਸਤਿਗੁਰ ਦੀ ਸੇਵਾ ਦੇ ਵਿੱਚ ਲਿਜਾਣ ਵਾਸਤੇ ਇਦਾਂ ਭਾਈ ਵਿਧੀ ਚੰਦ ਜੀ ਲਾਹੌਰ ਦੀ ਧਰਤੀ ਤੇ ਗਏ ਨੇ। ਕੁਦਰਤ ਵੱਲੋਂ ਜਿਵੇਂ ਕਿਵੇਂ ਮੇਲ ਸਮੇਲ ਬਣਦੇ ਬਣਦੇ ਬਹੁਤ ਨਜ਼ਦੀਕੀ ਬਣ ਗਈ। ਘੋੜਿਆਂ ਦੇ ਕੋਲ ਸੇਵਾ ਕਰਿਆ ਕਰੇ ਵਿਧੀ ਚੰਦ ਜੀ, ਤੇ ਘੋੜਿਆਂ ਦਾ ਵੀ ਵਿਧੀ ਚੰਦ ਜੀ ਦੇ ਨਾਲ ਬੜਾ ਪਿਆਰ ਬਣ ਗਿਆ। ਸਤਿਗੁਰ ਦੀ ਕਿਰਪਾ ਹੋ ਗਈ। ਸਮਾਂ ਬਤੀਤ ਹੁੰਦਾ ਗਿਆ। ਕਹਿੰਦੇ ਇੱਕ ਦਿਨ ਉੱਥੋਂ ਦੇ ਜਿਹੜੇ ਨੌਕਰ ਸਨ ਭਾਈ ਵਿਧੀ ਚੰਦ ਤੋਂ ਦਾਵਤ ਮੰਗਣ ਲੱਗੇ ਕਿ ਤੂੰ ਚੰਗਾ ਹੁਣ ਸਾਡੇ ਇਸ ਮਹਿਲਾਂ ਦੇ ਵਿੱਚ ਅਹੁਦੇਦਾਰ ਬਣ ਗਿਆ। ਸ਼ਾਹਜਹਾਨ ਨੇ ਵੀ ਤੇਰੀ ਸੇਵਾ ਦੇਖ ਕੇ ਤੈਨੂੰ ਇਨਾਮ ਦਿੱਤਾ। ਤੂੰ 10 ਬੰਦਿਆਂ ਦਾ ਇਕੱਲੇ ਹੀ ਕੰਮ ਕਰ ਦਿੰਨਾ, ਤੇਰੇ ਤੇ ਸਪੈਸ਼ਲ ਤੌਰ ਤੇ ਕਹਿੰਦੇ ਸ਼ਾਹਜਹਾਨ ਦੀ ਦੇਖ ਰੇਖ ਹੈ, ਤੇ ਆਉਂ ਕਰ ਸਾਨੂੰ ਕੋਈ ਦਾਵਤ ਦੇ। ਕੀ ਛਕਣਾ? ਉਹ ਕਹਿੰਦੇ ਜੀ ਸ਼ਰਾਬ ਦੇ ਮੱਟ ਲਿਆਂਦੇ ਜਾਣ, ਛਕਣੇ ਆ। ਸ਼ਰਾਬ ਦੇ ਮੱਟ ਲਿਆਂਦੇ ਗਏ। ਜਿਵੇਂ ਕਿਵੇਂ ਆਪਾਂ ਪਹਿਲੇ ਭਾਗ ਦੇ ਵਿੱਚ ਪਹਿਲਾਂ ਇਹ ਵਿਚਾਰ ਸਰਵਣ ਕੀਤੀ YouTube ਚੈਨਲ ਦੇ ਵਿੱਚ, ਕਿਵੇਂ ਕਿਵੇਂ ਕਰਕੇ ਬਾਬਾ ਵਿਧੀ ਚੰਦ ਜੀ ਨੇ ਉਹਨਾਂ ਪਾਪੀਆਂ ਨੂੰ, ਉਹਨਾਂ ਤੁਰਕਾਂ ਨੂੰ ਸ਼ਰਾਬ ਦੇ ਮੱਟ ਪਿਆ ਕੇ ਮਸਤ ਕਰ ਦਿੱਤਾ। ਤੇ ਬਾਅਦ ਵਿੱਚ ਕਹਿੰਦੇ ਗੁਲਬਾਗ ਇੱਕ ਘੋੜਾ ਬਾਬਾ ਵਿਧੀ ਚੰਦ ਜੀ ਨੇ ਰਾਤ ਦੇ ਵਿਖੇ ਖੋਲਿਆ। ਉਹਦੇ ਉੱਤੇ ਸੋਨੇ ਦੀ ਕਾਠੀ ਹੀਰੇ ਜੜਤ ਪਾਈ ਹੈ। ਤੇ ਬਾਬਾ ਵਿਧੀ ਚੰਦ ਜੀ ਕਿਲੇ ਵਿੱਚ ਦੀ ਘੋੜਾ ਘੁਮਾ ਕੇ ਦੇਖਦੇ ਕਿੱਧਰ ਦੀ ਇਹਨੂੰ ਕੰਧ ਟਪਾ ਕੇ ਲੈ ਕੇ ਜਾਈਏ, ਮੇਨ ਦਰਵਾਜ਼ੇ ਵਿੱਚ ਦੀ ਲਿਜਾ ਨਹੀਂ ਸਕਦੇ। ਉੱਥੇ ਐਲਕਾਰ ਖਲੋਤੇ ਨੇ, ਪਕੜ ਲਵਣਗੇ, ਸਜ਼ਾ ਦੇਣਗੇ, ਮਾਰ ਦੇਣਗੇ। ਮਰਨ ਦਾ ਵੀ ਕੋਈ ਡਰ ਨਹੀਂ, ਪਰ ਜਿਹੜੀ ਸੇਵਾ ਸਤਿਗੁਰ ਨੇ ਸੌਂਪੀ ਹੈ ਉਹਨੂੰ ਪੂਰੀ ਸੰਪੰਨ ਸਿਰੇ ਚਾੜਨਾ। ਇਸ ਵਿਚਾਰ ਨੂੰ ਮੁੱਖ ਰੱਖ ਕੇ ਬਾਬਾ ਵਿਧੀ ਚੰਦ ਜੀ ਨੇ ਥਾਂ ਥਾਂ ਤੇ ਚਾਰੇ ਪਾਸਿਓਂ ਚੌਕਸੀ ਵਰਤਣਾ ਕੀਤੀ ਹੈ। ਤੇ ਬਾਅਦ ਵਿੱਚ ਕਹਿੰਦੇ ਰਾਵੀ ਦਰਿਆ ਲਾਗੇ ਵਗ ਰਿਹਾ ਸੀ, ਉਹਦੇ ਵਿੱਚ ਘੋੜੇ ਦੀ ਛਾਲ ਮਰਾ ਦਿੱਤੀ ਕਿਲੇ ਦੀ ਕੰਧ ਟਪਾ ਕੇ। ਹੁਣ ਜਿਹੜੇ ਅਹਿਲਕਾਰ ਸਨ ਬੇਸੁਰਤ ਸ਼ਰਾਬ ਪੀ ਕੇ ਪਏ ਨੇ, ਉਹਨਾਂ ਨੂੰ ਕੋਈ ਸੁਰਤ ਨਹੀਂ ਹੈ। ਤੇ ਸੌਂਦੇ ਖਾਂ ਰਾਤ ਦੇ ਵਿਖੇ ਆਪਣੇ ਘਰ ਚਲਾ ਗਿਆ ਸੀ। ਹੁਣ ਭਾਈ ਵਿਧੀ ਚੰਦ ਨੇ ਉਹ ਮੌਕਾ ਤਾੜ ਲਿਆ ਤੇ ਕਹਿੰਦੇ ਘੋੜੇ ਨੂੰ ਕਿਲੇ ਦੀ ਕੰਧ ਟਪਾ ਕੇ ਦੂਜੇ ਪਾਸੇ ਰਾਵੀ ਦਰਿਆ ਦੇ ਵਿੱਚ ਛਾਲ ਮਰਾ ਦਿੱਤੀ। ਉਸ ਤੋਂ ਉਪਰੰਤ ਕਹਿੰਦੇ ਪਾਣੀ ਵਿੱਚ ਸੰਭਲਿਆ ਘੋੜਾ ਤੇ ਘੋੜੇ ਨੂੰ ਪਾਣੀ ਚੋਂ ਬਾਹਰ ਕੱਢਿਆ। ਹੌਲੀ ਹੌਲੀ ਰਾਤ ਦੇ ਵਿਖੇ ਕਹਿੰਦੇ ਰਸਤੇ ਨੂੰ ਟੋਲਦੇ ਹੋਏ ਭਾਈ ਵਿਧੀ ਚੰਦ ਜੀ ਇੱਧਰ ਸਤਿਗੁਰੂ ਜੀ ਦੇ ਵੱਲ ਰਵਾਨਗੀ ਪ੍ਰਾਪਤ ਕਰਨ ਲੱਗੇ ਨੇ। ਘੋੜਾ ਪ੍ਰਾਪਤ ਕਰਕੇ ਉਹ ਰਾਤ ਦੇ ਵਿਖੇ ਰਸਤੇ ਨੂੰ ਟੋਲਦੇ ਜਾਂਦੇ ਨੇ। ਤੇ ਸਤਿਗੁਰ ਦੀ ਕਿਰਪਾ ਰਹਿਮਤ ਵਰਦੀ ਕਹਿੰਦੇ ਨਾਲ ਇਹ ਵੀ ਵਿਚਾਰ ਰੱਖਦੇ ਨੇ, ਜੇਕਰ ਸਿਪਾਹੀਆਂ ਨੂੰ ਪਤਾ ਲੱਗ ਗਿਆ ਪਕੜ ਨਾ ਲਵਣ। ਉਹ ਹੁਣ ਕਹਿੰਦੇ ਜਿੱਥੇ ਰਾਵੀ ਦਰਿਆ ਤੇ ਸਤਲੁਜ ਦਰਿਆ ਦੋਨੋਂ ਇਕੱਤਰ ਹੁੰਦੇ ਨੇ, ਉਸ ਵਕਤ ਭਾਈ ਵਿਧੀ ਚੰਦ ਜੀ ਉਸ ਸਥਾਨ ਤੇ ਪਹੁੰਚੇ ਆ। ਉੱਥੇ ਪਹੁੰਚ ਕੇ ਮਨ ਹੀ ਮਨ ਸਤਿਗੁਰ ਦਾ ਸ਼ੁਕਰਾਨਾ ਪਏ ਕਰਦੇ ਨੇ। ਸਤਿਗੁਰ ਜੀ ਆਪ ਜੀ ਨੇ ਸੇਵਾ ਪ੍ਰਵਾਨ ਕੀਤੀ ਹੈ, ਇਹ ਸੇਵਾ ਸੰਪੰਨ ਕੀਤੀ ਹੈ। ਆਪ ਜੀ ਨੇ ਬਖਸ਼ਿਸ਼ ਰਹਿਮਤ ਕੀਤੀ ਨਹੀਂ ਤੇ ਆਪ ਜੀ ਤੋਂ ਬਿਨਾਂ ਇਹ ਸੇਵਾ ਕਦਾਚਿਤ ਹੋਣੀ ਨਹੀਂ ਸੀ। ਮਨ ਵਿੱਚ ਨਿਮਰਤਾ, ਮਨ ਵਿੱਚ ਪਿਆਰ ਭਾਵਨਾ ਸ਼ਰਧਾ ਰੱਖਦੇ ਹੋਏ ਬਾਬਾ ਵਿਧੀ ਚੰਦ ਨੇ ਘੋੜੇ ਨੂੰ ਇਦਾਂ ਹੌਲੀ ਹੌਲੀ ਤੋਰ ਕੇ ਲੈ ਕੇ ਜਾ ਰਹੇ ਨੇ ਤੇ ਨਾਲ ਦੀ ਨਾਲ ਵਿੱਚੋਂ ਭਜਾ ਵੀ ਰਹੇ ਨੇ ਘੋੜੇ ਨੂੰ। ਰਸਤੇ ਨੂੰ ਛੇਤੀ ਤੈਅ ਕਰਨਾ ਚਾਹੁੰਦੇ ਨੇ ਤੇ ਬਾਅਦ ਵਿੱਚ ਹੌਲੀ ਵੀ ਹੋ ਜਾਂਦੇ। ਕਿਉਂਕਿ ਘੋੜਾ ਕਾਫੀ ਲੰਮੇ ਸਮੇਂ ਤੋਂ ਗੁਲਬਾਗ ਤੇ ਦਿਲਬਾਗ ਦੋਨੋਂ ਘੋੜੇ ਕਾਫੀ ਲੰਮੇ ਸਮੇਂ ਤੋਂ
ਇੱਕ ਥਾਂ ਤੇ ਤਵੇਲੇ ਦੇ ਵਿੱਚ ਬੰਨੇ ਸਨ, ਖਲੋਤੇ ਸਨ। ਉਹਨਾਂ ਨੇ ਐਡਾ ਲੰਮਾ ਸਫ਼ਰ ਤੈਅ ਕਦੇ ਕੀਤਾ ਨਹੀਂ। ਤੇ ਬਾਬਾ ਵਿਧੀ ਚੰਦ ਇਹ ਵਿਚਾਰ ਕਰਦੇ, ਘੋੜਾ ਕਦੇ ਥੱਕ ਨਾ ਜਾਵੇ। ਵੈਸੇ ਬੜਾ ਬਲਵਾਨ ਘੋੜਾ ਏ, ਬੜਾ ਉੱਚਾ ਲੰਮਾ, ਚੰਗੀ ਨਸਲ ਦਾ ਸੋਹਣਾ ਸੁੰਦਰ ਘੋੜਾ ਏ, ਫੁਰਤੀਲਾ ਘੋੜਾ। ਉਹਦੇ ਅੰਗ ਅੰਗ ਦੇ ਵਿੱਚ, ਰੋਮ ਰੋਮ ਦੇ ਵਿੱਚ ਕਹਿੰਦੇ ਫੁਰਤੀ ਭਰੀ ਹੋਈ ਹੈ। ਪੈਰ ਦੇ ਖੁਰਾਂ ਤੋਂ ਲੈ ਕੇ ਛਾਤੀ, ਲੱਤਾਂ, ਬਾਹਾਂ, ਸਭ ਥਾਂ ਤੇ ਕਹਿੰਦੇ ਉਹਦੇ ਵਿੱਚ ਫੁਰਤੀ ਭਰੀ ਪਰਮਾਤਮਾ ਵੱਲੋਂ। ਏਦਾਂ ਦਾ ਘੋੜਾ ਕਹਿੰਦੇ ਕਿਸੇ ਨੇ ਅੱਜ ਤੱਕ ਦੇਖਿਆ ਨਹੀਂ, ਜਿਹੜਾ ਬਾਬਾ ਵਿਧੀ ਚੰਦ ਜੀ ਗੁਲਵਾਗ ਘੋੜੇ ਨੂੰ ਸ਼ਾਹਜਹਾਨ ਦੇ ਮਹਿਲਾਂ ਦੇ ਵਿੱਚੋਂ, ਤਵੇਲੇ ਵਿੱਚੋਂ ਬੜੀ ਚੌਕਸੀ ਦੇ ਵਿੱਚੋਂ ਚੁਰਾ ਕੇ ਲੈ ਕੇ ਆਏ ਨੇ। ਤੇ ਇੱਥੇ ਕਹਿੰਦੇ ਰਾਵੀ ਤੇ ਸਤਲੁਜ ਦਰਿਆ ਜਿੱਥੇ ਇਕੱਤਰ ਹੁੰਦੇ ਨੇ, ਇੱਥੇ ਪਹੁੰਚੇ ਭਾਈ ਵਿਧੀ ਚੰਦ ਜੀ। ਰਸਤੇ ਵਿੱਚ ਕਦੇ ਖਲੋਤੇ ਨਹੀਂ। ਹਾਂ, ਇੰਨਾ ਕੁ ਜ਼ਰੂਰ ਵਿਚਾਰ ਹੈ, ਕਹਿੰਦੇ ਜਿਸ ਵੇਲੇ ਘੋੜੇ ਨੂੰ ਆਰਾਮ ਦਿਵਾਉਂਦੇ ਨੇ, ਉਸ ਵੇਲੇ ਥੋੜੇ ਸਮੇਂ ਲਈ ਰਸਤੇ ਵਿੱਚ ਰੁਕਦੇ ਆ ਤੇ ਅੱਗੇ ਚੱਲ ਪੈਂਦੇ। ਕਿਸੇ ਵੀ ਨਗਰ ਦੇ ਵਿੱਚ ਪ੍ਰਵੇਸ਼ ਨਹੀਂ ਕਰਦੇ। ਨਗਰਾਂ ਤੋਂ ਬਾਹਰ ਦੀ ਹੁੰਦੇ ਹੋਏ ਬਾਬਾ ਵਿਧੀ ਚੰਦ ਜੀ ਚਲੇ ਜਾ ਰਹੇ ਨੇ। ਤੇ ਹੌਲੀ ਹੌਲੀ ਰਸਤੇ ਵਿੱਚ ਪੜਾਓ ਕਰਦੇ, ਮਨ ਵਿੱਚ ਗੁਰਬਾਣੀ ਦਾ ਜਾਪ ਕਰਦੇ ਕਰਦੇ ਬਾਬਾ ਵਿਧੀ ਚੰਦ ਜੀ ਇੱਧਰ ਭਾਈ ਰੂਪੇ ਨਗਰ ਵਿਖੇ ਪਧਾਰੇ ਨੇ, ਪਹੁੰਚੇ ਨੇ। ਤੇ ਜਦੋਂ ਸਤਿਗੁਰੂ ਜੀ ਦੇ ਸਨਮੁਖੇ ਪਹੁੰਚਿਆ ਤੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਛੇਵੇਂ ਪਾਤਸ਼ਾਹ ਸਤਿਗੁਰੂ ਜੀ ਦੀਵਾਨ ਸਜਾ ਕਰਕੇ ਬੈਠੇ ਸਨ, ਵਿਰਾਜਮਾਨ ਸਨ। ਸਤਿਗੁਰੂ ਜੀ ਦੇ ਸਨਮੁਖ ਕਹਿੰਦੇ ਜੋਧ ਰਾਏ ਜੀ ਉਹ ਵੀ ਬੈਠੇ ਸਨ, ਵਿਰਾਜਮਾਨ ਸਨ। ਸਤਿਗੁਰੂ ਦੇ ਸਨਮੁਖ ਭਾਈ ਰੂਪ ਚੰਦ, ਇਹਨਾਂ ਦੇ ਪਿਤਾ ਭਾਈ ਸਾਧੂ ਜੀ, ਭਾਈ ਜੇਠਾ ਜੀ, ਸਤਿਗੁਰ ਦੇ ਹੋਰ ਅਨੰਨ ਪਿਆਰੇ ਸਿੱਖ ਸੇਵਕ ਬੈਠੇ ਨੇ। ਤੇ ਸਤਿਗੁਰ ਦੀ ਕਿਰਪਾ ਰਹਿਮਤ ਵਰਦੀ ਕਹਿੰਦੇ ਭਾਈ ਵਿਧੀ ਚੰਦ ਅਚਨਚੇਤ ਸਤਿਗੁਰ ਦੀ ਇਹ ਸੇਵਾ, ਸਤਿਗੁਰ ਦਾ ਇਹ ਹੁਕਮ ਸੰਪੰਨ ਕਰਕੇ ਗੁਰੂ ਸਤਿਗੁਰ ਦੇ ਸਨਮੁਖ ਪਹੁੰਚਿਆ। ਆਓ ਸਾਹਮਣੇ ਸਤਿਗੁਰੂ ਜੀ ਨੇ ਵਿਰਾਜਮਾਨ ਹੋਇਆ ਨੇ ਦੇਖਿਆ ਕਿ ਭਾਈ ਵਿਧੀ ਚੰਦ ਜੀ ਆ ਰਹੇ ਨੇ, ਜਿਨ੍ਹਾਂ ਦੇ ਕੋਲ ਇੱਕ ਸੁੰਦਰ ਵਧੀਆ ਚੰਗਾ ਨਸਲ ਦਾ ਉੱਚਾ ਲੰਮਾ ਫੁਰਤੀਲਾ ਘੋੜਾ ਪਕੜਿਆ। ਤੇ ਭਾਈ ਵਿਧੀ ਚੰਦ ਸਤਿਗੁਰੂ ਜੀ ਨੂੰ ਦੇਖ ਕੇ ਦੂਰੋਂ ਹੀ ਘੋੜੇ ਤੋਂ ਉਤਰ ਗਏ ਸਨ, ਗੁਰੂ ਸਤਿਗੁਰ ਦਾ ਸਤਿਕਾਰ ਕਰਦੇ ਹੋਏ। ਤੇ ਜਦੋਂ ਭਾਈ ਵਿਧੀ ਚੰਦ ਜੀ ਸਤਿਗੁਰ ਦੇ ਸਨਮੁਖ ਪਹੁੰਚੇ ਨੇ, ਘੋੜੇ ਤੋਂ ਉਤਰੇ ਨੇ, ਤੁਰ ਕੇ ਪੈਦਲ ਚੱਲ ਕੇ ਹੱਥ ਵਿੱਚ ਘੋੜੇ ਦੀਆਂ ਬਾਂਗਾਂ ਪ੍ਰਾਪਤ ਕੀਤੀਆਂ ਤੇ ਤੁਰਦਾ ਸਤਿਗੁਰ ਦੇ ਸਨਮੁਖ ਪਹੁੰਚ ਗਿਆ, ਜਿੱਥੇ ਗੁਰੂ ਸਤਿਗੁਰੂ ਜੀ ਦੀਵਾਨ ਸਜਾ ਕਰਕੇ ਬੈਠੇ ਸਨ। ਤੇ ਉਸ ਵੇਲੇ ਸਤਿਗੁਰੂ ਜੀ ਬੜੇ ਖੁਸ਼ ਹੋਏ ਤੇ ਭਾਈ ਵਿਧੀ ਚੰਦ ਨੇ ਸਭ ਤੋਂ ਪਹਿਲਾਂ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਛੇਵੇਂ ਪਾਤਸ਼ਾਹ ਸਤਿਗੁਰ ਦੇ ਸਨਮੁਖ ਪਾਵਨ ਪਵਿੱਤਰ ਚਰਨਾਂ ਤੇ ਪੈ ਕੇ ਲੰਮੇ ਪੈ ਕੇ ਡੰਡੌਤ ਕੀਤੀ, ਨਮਸਕਾਰ ਕੀਤੀ ਹੈ। ਡੰਡੌਤ ਦਾ ਭਾਵ ਹੈ ਕਿ ਸਰੀਰ ਦੇ 8 ਅੰਗ ਧਰਤੀ ਦੇ ਉੱਤੇ ਲੰਮੇ ਪੈ ਕੇ ਲੱਗਣ ਤੇ ਉਹਨੂੰ ਡੰਡੌਤ ਕਹਿੰਦੇ। ਡੰਡੇ ਵਾਂਗ ਸਿੱਧਾ ਲੰਮਾ ਪੈ ਕੇ ਨਮਸਕਾਰ ਕਰਨੀ, ਇਹਨੂੰ ਡੰਡੌਤ ਕਹਿੰਦੇ ਨੇ। ਉਸ ਵੇਲੇ ਭਾਈ ਵਿਧੀ ਚੰਦ ਨੇ ਗੁਰੂ ਪਿਆਰਿਓ ਏਦਾਂ ਸਤਿਗੁਰ ਦੇ ਸਨਮੁਖ ਨਮਸਕਾਰ ਕੀਤੀ, ਸਤਿਕਾਰ ਦੇ ਵਿੱਚ ਨਿਮਰਤਾ ਸਹਿਤ। ਤੇ ਸਤਿਗੁਰੂ ਜੀ ਨੇ ਭਾਈ ਵਿਧੀ ਚੰਦ ਨੂੰ ਚਰਨਾਂ ਤੇ ਡਿੱਗੇ ਪਿਆ ਨੂੰ ਚੁੱਕਿਆ ਤੇ ਸੀਨੇ ਨਾਲ ਲਾਇਆ। ਉਸ ਵੇਲੇ ਸਤਿਗੁਰ ਦੀ ਕਿਰਪਾ ਰਹਿਮਤ ਵਰਦੀ ਸਤਿਗੁਰੂ ਜੀ ਨੇ ਭਾਈ ਵਿਧੀ ਚੰਦ ਨੂੰ ਅਨੇਕ ਪ੍ਰਕਾਰ ਦਾ ਸਤਿਕਾਰ ਦਿੱਤਾ ਏ। ਸਤਿਗੁਰੂ ਜੀ ਕਹਿੰਦੇ ਭਾਈ ਵਿਧੀ ਚੰਦਾ ਇਹ ਸੇਵਾ ਤੁਸੀਂ ਕੀਤੀ ਹੈ, ਤੁਹਾਡੇ ਤੇ ਸਤਿਗੁਰੂ ਜੀ ਬਖਸ਼ਿਸ਼ ਰਹਿਮਤ ਵਰਤੀ ਹੈ, ਤੁਹਾਡੇ ਬਿਨਾਂ ਇਹ ਸੇਵਾ ਕੋਈ ਕਰ ਵੀ ਨਹੀਂ ਸਕਦਾ ਸੀ।
ਤੁਸੀਂ ਇਹ ਸੇਵਾ ਸੰਪੰਨ ਕੀਤੀ, ਪੂਰੀ ਕੀਤੀ ਹੈ। ਤੁਹਾਡੇ ਤੇ ਗੁਰੂ ਨਾਨਕ ਦੇ ਮਰ ਦੀ ਬਖਸ਼ਿਸ਼ ਰਹਿਮਤ ਵਰਦੀ ਹੈ। ਉਸ ਵੇਲੇ ਨਿਮਰਤਾ ਸਹਿਤ ਆਏ ਭਾਈ ਵਿਧੀ ਚੰਦ ਨੇ ਸਤਿਗੁਰ ਦੇ ਸਨਮੁਖ ਬੇਨਤੀ ਕੀਤੀ, ਕਹਿਣ ਲੱਗਾ, ਸਤਿਗੁਰ ਜੀ, ਆਪ ਜੀ ਤੋਂ ਬਿਨਾਂ ਇਹ ਸੇਵਾ ਹੋਣੀ ਨਹੀਂ ਸੀ। ਅਸੀਂ ਤੇ ਕੇਵਲ ਇੱਕ ਬਹਾਨਾ ਏ, ਜੋ ਕਰਤਾ ਧਰਤਾ, ਜੋ ਬਖਸ਼ਿਸ਼ ਰਹਿਮਤ ਕਰਨ ਦੇ ਮਾਲਕ ਸਿਰਫ ਤੁਸੀਂ ਹੋ। ਸਾਡਾ ਤਾਂ ਕੇਵਲ ਇੱਕ ਬਹਾਨਾ ਬਣਦਾ। ਕਹਿ ਦਈਦਾ ਕਿ ਫਲਾਣਾ ਮਨੁੱਖ ਫਲਾਣਾ ਕਾਰਜ ਕਰਦਾ, ਪਰ ਉਹਦੇ ਵਿੱਚ ਬੈਠ ਕੇ ਤੁਸੀਂ ਆਪ ਕਿਰਪਾ ਵਰਤਾਉਂਦੇ ਹੋ। ਜਿਵੇਂ ਕਹਿ ਦਈਦਾ ਕਿ ਫਲਾਣੀ ਮੋਟਰ ਜਾ ਰਹੀ, ਗੱਡੀ ਜਾ ਰਹੀ ਹੈ, ਉਹਦੇ ਵਿੱਚ ਬੈਠਾ ਡਰਾਈਵਰ ਕਹਿੰਦੇ ਉਸ ਗੱਡੀ ਨੂੰ ਚਲਾ ਰਿਹਾ। ਗੱਡੀ ਆਪਣੇ ਆਪ ਨਹੀਂ ਜਾ ਸਕਦੀ, ਆਪਣੇ ਆਪ ਡਰਾਈਵਿੰਗ ਨਹੀਂ ਕਰ ਸਕਦੀ, ਤੁਰ ਨਹੀਂ ਸਕਦੀ। ਪਰ ਕਹਿੰਦੇ ਜਿਸ ਵੇਲੇ ਉਹ ਡਰਾਈਵਰ ਉਸ ਗੱਡੀ ਵਿੱਚ ਬੈਠ ਕੇ ਸਟਾਰਟ ਕਰੇ, ਕਲਚ ਦੱਬ ਕੇ, ਗੇਅਰ ਪਾ ਕੇ ਐਕਸੀਲੇਟਰ ਦੇ ਉੱਤੇ ਰੇਸ ਦੇਵੇ, ਤੇ ਸਤਿਗੁਰੂ ਜੀ ਕਹਿੰਦੇ ਉਹ ਗੱਡੀ ਤੁਰਦੀ ਹੈ। ਤੁਰਨ ਨੂੰ ਦੇਖਣ ਨੂੰ ਇਉਂ ਜਾਪਦਾ ਕਿ ਗੱਡੀ ਜਾ ਰਹੀ, ਪਰ ਵਿੱਚ ਬੈਠਾ ਡਰਾਈਵਰ ਉਸ ਗੱਡੀ ਨੂੰ ਚਲਾ ਰਿਹਾ। ਇਸੇ ਤਰ੍ਹਾਂ ਐ ਸਤਿਗੁਰੂ ਜੀ, ਇਸ ਫਾਨੀ ਸੰਸਾਰ ਦੇ ਵਿੱਚ ਕਹਿੰਦੇ ਅਸੀਂ ਮਨੁੱਖ 84 ਲੱਖ ਜੂਨ, ਇਹਦੇ ਇੱਕ ਬਹਾਨਾ ਏ, ਪਰ ਆਪ ਸਤਿਗੁਰੂ ਜੀ ਵਿੱਚ ਬੈਠ ਕੇ, ਵਿੱਚ ਬਖਸ਼ਿਸ਼ ਰਹਿਮਤ ਕਰਕੇ ਇਹ ਸਾਰੀ ਕਾਇਨਾਤ ਨੂੰ ਚਲਾ ਰਹੇ ਹੋ, ਤੋਰ ਰਹੇ ਹੋ, ਹੁਕਮ ਕਰ ਰਹੇ ਹੋ। ਪਿੱਛੇ ਸਪੋਰਟ ਕੋਈ ਹੋਰ ਹੈ, ਚੱਲਣ ਵਾਲਾ, ਕਰਨ ਵਾਲਾ ਮਨੁੱਖ ਹੈ। ਉਸ ਵੇਲੇ ਸਤਿਗੁਰੂ ਜੀ ਨੇ ਏਦਾਂ ਸੀਨੇ ਨਾਲ ਲਾ ਕੇ ਥਾਪੜਾ ਦਿੱਤਾ ਬਾਬਾ ਵਿਧੀ ਚੰਦ ਜੀ ਨੂੰ। ਸਤਿਗੁਰੂ ਜੀ ਨੇ ਬੇਅੰਤ ਬਖਸ਼ਿਸ਼ ਰਹਿਮਤ ਕੀਤੀ ਭਾਈ ਵਿਧੀ ਚੰਦ ਜੀ ਤੇ ਨਿਮਰਤਾ ਸਹਿਤ ਭਾਈ ਵਿਧੀ ਚੰਦ ਜੀ ਨੇ ਭਾਵਨਾ ਸਹਿਤ ਸਤਿਗੁਰ ਦਾ ਸ਼ੁਕਰਾਨਾ ਕੀਤਾ। ਮਨ ਵਿੱਚ ਮਾਣ ਨਹੀਂ ਕੀਤਾ, ਹੰਕਾਰ ਨਹੀਂ ਕੀਤਾ। ਇਹ ਗੱਲ ਸੁਭਾਵਿਕ ਹੈ ਪਿਆਰਿਓ, ਜਿਸ ਗੁਰੂ ਦੇ ਕਾਰਜ ਦੇ ਵਿੱਚ ਕਦਾਚਿਤ ਵੀ ਕੋਈ ਮਾਣ ਹੰਕਾਰ ਨਾ ਆਵੇ, ਨਿਮਰਤਾ ਭਰੀ ਰਵੇ, ਉਸ ਕਾਰਜ ਦੇ ਵਿੱਚ ਸਤਿਗੁਰ ਦੀ ਕਿਰਪਾ ਬਣੀ ਰਹਿੰਦੀ ਹੈ, ਵਧੇਰੇ ਪ੍ਰਸੰਨਤਾ ਪ੍ਰਾਪਤ ਹੁੰਦੀ ਹੈ। ਪਰ ਜਿਸ ਵੇਲੇ ਜਰਾ ਕੁ ਮਨ ਦੇ ਵਿੱਚ ਇਹ ਹੰਕਾਰ ਆ ਜੇ ਕਿ ਮੇਰੇ ਵਰਗਾ ਸੇਵਾਦਾਰ ਨਹੀਂ, ਮੇਰੇ ਵਰਗਾ ਗੁਰੂ ਦਾ ਸਿੱਖ ਨਹੀਂ, ਤੇ ਸਤਿਗੁਰੂ ਜੀ ਉਹ ਹੰਕਾਰ ਨੂੰ, ਮਨ ਵਿੱਚ ਮਾਣ ਆਏ ਹੋਏ ਨੂੰ ਬਰਦਾਸ਼ਤ ਨਹੀਂ ਜੇ ਕਰਦੇ। ਇੱਥੇ ਤੇ ਨਿਮਰਤਾ ਸਹਿਤ ਸਤਿਗੁਰੂ ਜੀ ਕਹਿੰਦੇ ਸੇਵਾ ਕੀਤੀ ਜਾਵੇ, ਸਤਿਗੁਰ ਦੀ ਪ੍ਰਾਪਤੀ ਕੀਤੀ ਜਾਵੇ, ਗੁਰੂ ਦੀ ਸੰਗਤ ਕੀਤੀ ਜਾਵੇ, ਬਾਣੀ ਪੜ੍ਹੀ ਜਾਵੇ, ਉਹੀ ਸਤਿਗੁਰ ਦੇ ਦਰ ਤੇ ਪ੍ਰਵਾਨ ਹੈ। ਨਹੀਂ ਤੇ ਸਤਿਗੁਰੂ ਜੀ ਕਹਿੰਦੇ ਸੰਸਾਰ ਦੇ ਵਿੱਚ ਕਦਾਚਿਤ ਵੀ ਗੁਰੂ ਸਤਿਗੁਰ ਦੀ ਬਖਸ਼ਿਸ਼ ਰਹਿਮਤ ਨਹੀਂ ਪ੍ਰਾਪਤ ਹੁੰਦੀ, ਜੱਡਾ ਮਰਜੀ ਯਤਨ ਪਏ ਕਰ ਲਈਏ। ਸਤਿਗੁਰੂ ਜੀ ਕਹਿੰਦੇ ਗੁਰੂ ਸਤਿਗੁਰੂ ਨੂੰ ਪਤਾ, ਭਾਈ ਤੂੰ ਕਿਸ ਕਾਰਜ ਨੂੰ ਸਤਿਗੁਰ ਦੇ ਸਨਮੁਖ ਪਹੁੰਚਿਆ, ਕਿਹੜਾ ਕਾਰਜ ਕਰਨਾ ਚਾਹੁੰਦਾ। ਗੁਰਬਾਣੀ ਕਹਿੰਦੀ ਬਿਨ ਬੋਲਿਆ ਸਭ ਕੁਛ ਜਾਣਦਾ, ਬਿਨਾ ਬੋਲਿਆ ਤੂੰ ਸਤਿਗੁਰੂ ਜੀ ਜਾਣਦੇ ਨੇ ਸਭ ਕੁਝ। ਸਤਿਗੁਰੂ ਜੀ ਕਹਿੰਦੇ ਬਹੁਤਾ ਬੋਲਣ ਝੱਖਣ ਹੋਏ, ਬਿਨ ਬੋਲੇ ਜਾਣੈ ਸਭ ਸੋਏ। ਬਹੁਤਾ ਬੋਲਣ ਦੀ ਲੋੜ ਹੀ ਨਹੀਂ, ਝੱਖ ਮਾਰਨਾ ਹੁੰਦਾ ਬਹੁਤਾ ਬੋਲਣਾ, ਬਹੁਤਾ ਵਿਚਾਰ ਕਰਨਾ। ਪਰ ਸਤਿਗੁਰੂ ਜੀ ਕਹਿੰਦੇ ਨੇ, ਗੁਰੂ ਸਤਿਗੁਰੂ ਜੀ ਦੇ ਬਿਨਾਂ ਬੋਲਿਆ ਤੂੰ ਜਾਣਦੇ ਨੇ, ਬਿਨ ਬੋਲੇ ਜਾਣੈ ਸਭ ਸੋਏ, ਸਭ ਕੁਝ ਜਾਣਦੇ ਨੇ ਸਤਿਗੁਰੂ ਜੀ। ਕਿਸ ਮਨੁੱਖ ਦੀ ਕਿੱਦਾਂ ਦੀ ਭਾਵਨਾ, ਮਨ ਵਿੱਚ ਕਿੱਦਾਂ ਦੀ ਵਿਚਾਰ ਹੈ, ਕੀ ਕਰਨ ਵਾਸਤੇ ਨੇ, ਕਿਸ ਪ੍ਰਯੋਜਨ ਵਾਸਤੇ ਨੇ ਵਿਚਾਰ ਕੀਤੀ, ਕਿਵੇਂ ਕਰਕੇ ਸਤਿਗੁਰ ਦੇ ਸਨਮੁਖ ਅਰਦਾਸ ਕੀਤੀ, ਗੁਰੂ ਸਤਿਗੁਰੂ ਜੀ ਨੂੰ ਪਤਾ। ਕਿਉਂਕਿ ਗੁਰਬਾਣੀ ਪੜ੍ਹਦੇ ਆ ਨਾ, ਸਤਿਗੁਰੂ ਜੀ ਕਹਿੰਦੇ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਸਤਿਗੁਰੂ ਜੀ ਹਰੇਕ ਦੇ ਦਿਲਾਂ ਦੀ ਜਾਣਦੇ ਨੇ। ਉਹ ਤੇ ਉਦੋਂ ਹੀ ਜਾਣ ਪਛਾਣ ਲੈਂਦੇ ਜਦੋਂ ਘਰ ਤੋਂ ਤੁਰੀਦਾ ਕਿ ਅਸੀਂ ਗੁਰੂ ਦਰਬਾਰ ਵਿਖੇ ਜਾ ਰਹੇ ਹਾਂ,
ਤੇ ਸਤਿਗੁਰੂ ਜੀ ਉਦੋਂ ਹੀ ਮੋਹਰ ਲਾ ਦਿੰਦੇ, ਫਲਾਣਾ ਮਨੁੱਖ ਫਲਾਣੀ ਵਿਚਾਰ ਦੇ ਸੰਬੰਧ ਵਿਚਾਰਿਆ, ਤੇ ਸਤਿਗੁਰੂ ਜੀ ਪਹਿਲਾਂ ਹੀ ਉਹਦੇ ਮੁਤਾਬਕ, ਉਹਦੀ ਭਾਵਨਾ, ਉਹਦੀ ਸ਼ਰਧਾ ਦੇ ਮੁਤਾਬਕ ਉਦਾਂ ਦੀ ਵਿਚਾਰ ਪੇਸ਼ ਕਰ ਦਿੰਦੇ ਨੇ। ਸਤਿਗੁਰੂ ਜੀ ਬਖਸ਼ਿਸ਼ ਕਰ ਦਿੰਦੇ ਨੇ। ਤਾਂ ਤੇ ਉਹ ਵਿਚਾਰ ਕਹਿੰਦੇ ਭਾਈ ਵਿਧੀ ਚੰਦ ਨੇ ਨਿਮਰਤਾ ਸਹਿਤ ਬੇਨਤੀ ਕੀਤੀ, ਸਤਿਗੁਰੂ ਜੀ ਤੇ ਤੁਸੀਂ ਆਪ ਕਰਨ ਕਾਰ ਨੂੰ ਸਮਰੱਥ ਕੋ। ਹੁਣ ਦੀਵਾਨ ਸਜਾ ਕਰ ਸਤਿਗੁਰੂ ਜੀ ਬੈਠੇ ਸਨ, ਕਾਫੀ ਸਿੱਖ ਬੈਠੇ ਨਾਲ। ਸਭਨਾਂ ਨੇ ਜਦੋਂ ਨਿਮਰਤਾ ਸਹਿਤ ਭਾਈ ਵਿਧੀ ਚੰਦ ਦੇ ਬਚਨ ਸਰਵਣ ਕੀਤੇ ਨੇ, ਸਾਰੇ ਜਾਣੇ ਬੜੇ ਹੈਰਾਨ ਹੋਏ। ਤੇ ਭਾਈ ਵਿਧੀ ਚੰਦ ਤੋਂ ਘੋੜੇ ਦੀਆਂ ਬਾਂਗਾਂ ਪਕੜੀਆਂ। ਸਤਿਗੁਰੂ ਜੀ, ਜੋਧ ਰਾਏ ਜੀ, ਭਾਈ ਸਾਧੂ ਜੀ, ਭਾਈ ਰੂਪ ਚੰਦ ਜੀ, ਭਾਈ ਜੇਠਾ ਜੀ, ਭਾਈ ਭਗਤੂ ਜੀ, ਹੋਰ ਗੁਰੂ ਦੇ ਅਨੰਨ ਪਿਆਰੇ ਸਿੱਖ ਸੇਵਕ ਉੱਥੇ ਵਿਰਾਜਮਾਨ ਸਨ। ਉਹਨਾਂ ਨੇ ਘੋੜੇ ਦੇ ਖੁਰਾਂ ਤੋਂ ਲੈ ਕੇ ਸਾਰੇ ਸਰੀਰ ਨੂੰ ਤੱਕਣਾ ਕੀਤਾ। ਲੰਮੀ ਚੌੜੀ ਛਾਤੀ ਹੈ ਘੋੜੇ ਦੀ, ਲੰਮੀਆਂ ਲੰਮੀਆਂ ਲੱਤਾਂ ਨੇ, ਵੱਡਾ ਸੰਡੋਲ ਸਰੀਰ ਹੈ ਘੋੜੇ ਦਾ, ਲੰਮੀ ਪੂਛ ਹੈ, ਧੌਣ ਦੇ ਉੱਤੇ ਜੱਤ ਬਹੁਤ ਵਧੀਆ ਚਮਕ ਦਮ ਕਰ ਰਹੀ ਹੈ। ਘੋੜੇ ਦੇ ਕੰਨ ਇਉਂ ਚਾਰੇ ਪਾਸੇ ਦੇ ਜਿਹੜੇ ਉਸ ਵਕਤ ਮਾਹੌਲ ਨੂੰ, ਹਾਵ ਭਾਵ ਨੂੰ ਨਾਪ ਰਹੇ ਨੇ, ਵਿਚਾਰ ਕਰ ਰਹੇ ਨੇ। ਸਤਿਗੁਰ ਦੀ ਕਿਰਪਾ ਰਹਿਮਤ ਹੋਈ, ਘੋੜਾ ਹਿਣਕਦਾ, ਆਵਾਜ਼ ਬਹੁਤ ਵਧੀਆ ਟੱਲੀ ਵਾਂਗ ਟਣਕਦੀ ਹੈ। ਸਤਿਗੁਰ ਦੀ ਕਿਰਪਾ ਰਹਿਮਤ ਵਰਦੀ ਹੈ। ਇੰਨੇ ਸਮੇਂ ਤੋਂ ਭਾਈ ਵਿਧੀ ਚੰਦ ਜੀ ਤਨ ਮਨ ਦੇ ਨਾਲ ਕਹਿੰਦੇ ਘੋੜੇ ਦੀ ਸੇਵਾ ਕਰਦੇ ਸਨ। ਘੋੜਾ ਆਟੋਮੈਟਿਕਲੀ ਇੰਨਾ ਰਾਜੀ ਸੀ, ਦੇਖਣ ਨੂੰ ਇਉਂ ਪ੍ਰਤੀਤ ਹੁੰਦਾ ਕਿ ਘੋੜੇ ਦੇ ਉੱਤੇ ਵੱਖਰੀ ਪਰਮਾਤਮਾ ਦੀ ਬਖਸ਼ਿਸ਼ ਰਹਿਮਤ ਪ੍ਰਾਪਤ ਹੋਈ ਹੈ। ਸਤਿਗੁਰੂ ਜੀ ਬੜੇ ਖੁਸ਼ ਹੋਏ ਨੇ, ਬੜੀ ਬਖਸ਼ਿਸ਼ ਰਹਿਮਤ ਵਰਤਾਈ ਭਾਈ ਵਿਧੀ ਚੰਦ ਦੇ ਉੱਤੇ। ਤੇ ਬਾਅਦ ਵਿੱਚ ਕਹਿੰਦੇ ਭਾਈ ਜੇਠਾ ਜੀ ਨੂੰ ਉਸ ਘੋੜੇ ਦੀਆਂ ਬਾਂਗਾਂ ਪਕੜਾਈਆਂ। ਸਤਿਗੁਰੂ ਜੀ ਕਹਿਣ ਲੱਗੇ, ਭਾਈ ਜੇਠਾ ਜੀ ਇਸ ਘੋੜੇ ਨੂੰ ਪਕੜੋ, ਤੇ ਜਿਵੇਂ ਜਿਵੇਂ ਬਾਬਾ ਵਿਧੀ ਚੰਦ ਜੀ ਦੱਸਦੇ ਨੇ ਤਿਵੇਂ ਤਿਵੇਂ ਕਹਿੰਦੇ ਇਸ ਘੋੜੇ ਦੀ ਸੇਵਾ ਕਰੋ। ਤੇ ਸਤਿਗੁਰੂ ਜੀ ਨੇ ਭਾਈ ਵਿਧੀ ਚੰਦ ਨੂੰ ਥਾਪੜਾ ਦੇ ਕੇ ਉਸ ਵਕਤ ਇਹੋ ਜਿਹਾ ਵਰ ਬਖਸ਼ਿਆ। ਸਤਿਗੁਰੂ ਜੀ ਕਹਿੰਦੇ ਵਿਧੀ ਚੰਦ ਸੀਨਾ ਗੁਰੂ ਕਾ ਸੀਨਾ, ਉਸ ਵਾਲੇ ਸਤਿਗੁਰੂ ਜੀ ਨੇ ਬਖਸ਼ਿਸ਼ ਰਹਿਮਤ ਕੀਤੀ। ਛੀਨਾ ਵਿਧੀ ਚੰਦ, ਛੀਨੇ ਗੋਤ ਦਾ ਉਹ ਵਿਧੀ ਚੰਦ ਹੈ। ਸਤਿਗੁਰੂ ਜੀ ਕਹਿੰਦੇ ਤੁਸੀਂ ਇਹ ਗੁਰੂ ਘਰ ਦੀ ਸੇਵਾ ਪ੍ਰਾਪਤ ਕੀਤੀ ਹੈ, ਤੁਹਾਡੇ ਤੇ ਬਖਸ਼ਿਸ਼ ਰਹਿਮਤ ਵਰਤੇਗੀ। ਥਾਪੜਾ ਦਿੱਤਾ ਸਤਿਗੁਰੂ ਜੀ ਨੇ ਮਾਣ ਦੇ ਨਾਲ, ਤੇ ਬੜੀ ਬਖਸ਼ਿਸ਼ ਰਹਿਮਤ ਵਰਤਾਈ। ਬਾਅਦ ਵਿੱਚ ਘੋੜੇ ਦੀ ਬਾਂਗ ਭਾਈ ਜੇਠਾ ਜੀ ਨੂੰ ਪਕੜਾ ਕੇ ਉਸ ਵਕਤ ਭਾਈ ਜੀ ਦੀ ਵਿਧੀ ਚੰਦ ਤੋਂ ਕਹਿੰਦੇ ਇਹ ਸੇਵਾ ਦੇਖੋ ਕਿਵੇਂ ਕਰਨੀ ਘੋੜੇ ਦੀ। ਸਪੈਸ਼ਲ ਤੌਰ ਤੇ ਕਹਿੰਦੇ ਘੋੜੇ ਨੂੰ ਰੱਖਿਆ ਜਾਵੇ। 2 ਸੇਵਾਦਾਰ ਕਹਿੰਦੇ ਸਪੈਸ਼ਲ ਲਾ ਦਿੱਤੇ ਗਏ। ਸਤਿਗੁਰੂ ਦੀ ਕਿਰਪਾ ਰਹਿਮਤ ਵਰਤੀ। ਹੁਣ ਕਹਿੰਦੇ ਉਧਰ ਦੂਜੇ ਪਾਸੇ ਲਾਹੌਰ ਦੀ ਧਰਤੀ ਤੇ ਵਿਚਾਰ ਸਰਵਣ ਕਰੋ। ਕਵੀ ਸੰਤੋਖ ਸਿੰਘ ਜੀ ਦੱਸਦੇ ਨੇ, ਕਹਿੰਦੇ ਜਿਸ ਵੇਲੇ ਰਾਤ ਦੇ ਮਸਤ ਹੋਏ, ਸ਼ਰਾਬ ਦੇ ਨਾਲ ਰੱਜੇ ਹੋਏ ਜਿਹੜੇ ਅਹਿਲਕਾਰ ਪਹਿਰੇਦਾਰ ਸਨ, ਉਹ ਮਸਤ ਹੋਏ ਪਏ ਨੇ। ਦਿਨ ਚੜਿਆ, ਉਧਰੋਂ ਕਹਿੰਦੇ ਸੌਂਦੇ ਖਾਂ ਵੀ ਆਪਣੇ ਘਰ ਤੋਂ ਵਾਪਸ ਇਧਰ ਮਹਿਲਾਂ ਵੱਲ ਆਇਆ। ਤੇ ਹੌਲੀ ਹੌਲੀ ਜਦੋਂ ਮਹਿਲਾਂ ਵੱਲ ਆਇਆ, ਉਹਨੇ ਦੇਖਿਆ ਕਹਿੰਦੇ ਮਹਿਲਾਂ ਦੇ ਵਿੱਚ ਕਾਫੀ ਸੁੰਨਸਾਨ ਹੈ, ਸ਼ਾਂਤੀ ਹੈ। ਇਉਂ ਪ੍ਰਤੀਤ ਹੁੰਦਾ ਕੋਈ ਜਿਵੇਂ ਹੁੰਦਾ ਹੀ ਨਹੀਂ। ਕਿਉਂਕਿ ਰਾਤ ਦੀ ਸ਼ਰਾਬ ਪੀ ਕੇ ਉਹ ਅਹਿਲਕਾਰ ਪਹਿਰੇਦਾਰ ਸਾਰੇ ਸੁੱਤੇ ਪਏ ਨੇ, ਮਸਤ ਹੋਏ ਪਏ ਨੇ। ਤੇ ਸੌਂਦੇ ਖਾਂ ਨੇ ਜਦੋਂ ਆ ਕੇ ਦੇਖਿਆ ਕਿਲੇ ਦੇ ਵਿੱਚ ਬੜੀ ਸੁੰਨਸਾਨ ਹੈ, ਤੇ ਉਹਨੇ ਆਉਂਦੇ ਸਾਰ ਘੋੜਿਆਂ ਦੇ ਵੱਲ ਵੇਖਿਆ। ਕੀ ਦੇਖਦਾ, ਕਹਿੰਦੇ ਇੱਕ ਘੋੜਾ ਉਹਨਾਂ ਦੇ ਵਿੱਚੋਂ ਗਾਇਬ ਆ, ਇੱਕ ਘੋੜਾ ਉੱਥੇ ਹੈ ਹੀ ਨਹੀਂ।
ਸੌਂਦੇ ਖਾਨ ਨੇ ਵੱਡੇ ਰੋਬ ਦੇ ਵਿੱਚ ਆ ਕੇ ਅਹਿਲਕਾਰਾਂ ਨੂੰ ਆਵਾਜ਼ ਮਾਰੀ, ਕਹਿੰਦੇ ਅਕਲ ਦੇ ਅੰਨਿਓ ਕਿੱਥੇ ਸੁੱਤੇ ਪਏ ਹੋ, ਕਿੱਥੇ ਮਰੇ ਹੋ? ਸ਼ਾਹਜਹਾਨ ਬਾਦਸ਼ਾਹ ਦਾ ਕਹਿੰਦੇ ਇੱਕ ਘੋੜਾ ਕਿੱਥੇ ਤੁਸੀਂ ਰਾਤ ਬੇਸੁਰਤ ਹੋ ਕੇ ਬੰਨ ਦਿੱਤਾ, ਲੈ ਕੇ ਆਓ। ਕਿੱਥੇ ਆ ਘੋੜਾ? ਜਦੋਂ ਇਹ ਗੱਲ ਕਹੀ, ਸਾਰੀ ਰਾਤ ਦੇ ਮਸਤ ਹੋਏ ਪਏ ਸਨ। ਕਹਿੰਦੇ ਅਚਨਚੇਤ ਇਹ ਖਬਰ ਸੁਣੀ ਤੇ ਸਾਰੇ ਜਾਣੇ ਭਬਕ ਕੇ ਉੱਠੇ ਨੇ। ਉਹਨਾਂ ਨੇ ਵੇਖਿਆ, ਕਹਿੰਦੇ ਇੱਕ ਘੋੜਾ ਗੁਲਵਾਗ ਘੋੜਾ ਹੈ ਨਹੀਂ, ਦਿਲਵਾਗ ਘੋੜਾ ਉੱਥੇ ਵਿਰਾਜਮਾਨ ਹੈ। ਇੱਕ ਘੋੜਾ ਗਿਆ ਤੇ ਗਿਆ ਕਿੱਥੇ? ਸਾਰੇ ਜਾਣੇ ਦੇਖਦੇ ਨੇ, ਪੜਚੋਲ ਕਰੋ, ਕਹਿੰਦੇ ਗਿਆ ਕਿੱਥੇ? ਜਦੋਂ ਸਾਰੇ ਜਾਣੇ ਦੇਖਣ ਲੱਗੇ, ਕਿਤੋਂ ਵੀ ਘੋੜਾ ਪ੍ਰਾਪਤ ਨਹੀਂ ਨਾ ਹੋਇਆ, ਤੇ ਆਪੋ ਆਪਣੀ ਵਿਚਾਰ, ਆਪੋ ਆਪਣੀ ਮੱਤ ਅਨੁਸਾਰ ਸਾਰਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਉਸ ਵੇਲੇ ਜਦੋਂ ਦੇਖਦੇ ਨੇ ਆਪਸ ਦੇ ਵਿੱਚ, ਸਾਰੇ ਵਿਚਾਰ ਕਰ ਕਰਕੇ ਦੇਖੋ ਕਿੱਥੇ ਹੈ ਘੋੜਾ। ਜਦੋਂ ਦੇਖਿਆ ਕਿਤੋਂ ਵੀ ਪ੍ਰਾਪਤ ਨਾ ਹੋਇਆ, ਤੇ ਸੌਂਦੇ ਖਾਨ ਨੇ ਕਿਹਾ, ਕਹਿੰਦੇ ਬਾਹਰ ਹੋਵੇਗਾ ਦੇਖੋ। ਅਹਿਲਕਾਰ ਕਹਿੰਦੇ ਜੀ ਬਾਹਰ ਤਾਂ ਸੀ, ਦਰਵਾਜ਼ੇ ਤੇ ਜਿਹੜੇ ਖੜੇ ਸਨ, ਖਲੋਤੇ ਸਨ, ਉਹ ਸੋਫੀ ਸਨ। ਉਹਨਾਂ ਨੇ ਕਦਾਚਿਤ ਵੀ ਕੋਈ ਸ਼ਰਾਬ ਦੀ ਸੇਵਨ ਨਹੀਂ ਕੀਤਾ, ਪ੍ਰਾਪਤੀ ਨਹੀਂ ਕੀਤੀ। ਘੋੜਾ ਮਹਿਲਾਂ ਦੇ ਅੰਦਰ ਹੀ ਹੈ, ਨਾ ਤੇ ਬਾਹਰ ਗਿਆ, ਨਾ ਕਿਤੇ ਕਿਸੇ ਪ੍ਰਕਾਰ ਕੇ ਕੋਈ ਕੰਧ ਨੂੰ ਸੰਨ ਲਾਇਆ ਗਿਆ ਕਿ ਕੋਈ ਚੋਰ ਆਇਆ ਹੋਵੇਗਾ, ਸੰਨ ਲਾ ਕੇ ਕੰਧ ਵਿੱਚ ਦੀ ਲੈ ਗਿਆ ਪਾੜ ਕੇ, ਜਾਂ ਕਿਸੇ ਪ੍ਰਕਾਰ ਧਰਤੀ ਦੇ ਵਿੱਚ ਧਸ ਗਿਆ। ਕੋਈ ਪਤਾ ਨਹੀਂ, ਕੋਈ ਵਿਚਾਰ ਨਹੀਂ ਹੈ। ਉਸ ਵੇਲੇ ਉਹ ਸੌਂਦੇ ਖਾਨ ਨੇ ਆਖਿਆ, ਕਹਿੰਦੇ ਗਿਆ ਤੇ ਗਿਆ ਕਿੱਥੇ? ਘੋੜਾ ਲੱਭੋ, ਪੜਚੋਲ ਕਰੋ। ਸਾਰੇ ਜਣੇ ਆਪੋ ਆਪਣੀ ਮੱਤ ਅਨੁਸਾਰ ਵੇਖਦੇ ਨੇ, ਪਰ ਅਸਲ ਦੇ ਵਿੱਚ ਇਹ ਪਤਾ ਕੋਈ ਨਹੀਂ ਲੱਗਦਾ ਗਿਆ ਘੋੜਾ ਕਿੱਥੇ। ਉਸ ਵੇਲੇ ਬੜੇ ਯਤਨ ਕੀਤੇ, ਕਿਸੇ ਪ੍ਰਕਾਰ ਕਿਸੇ ਨੂੰ ਕੋਈ ਪਤਾ ਹੀ ਨਾ ਲੱਗੇ। ਕਹਿੰਦੇ ਅਸਮਾਨ ਨਿਕਲ ਗਿਆ, ਧਰਤੀ ਨਿਕਲ ਗਈ, ਜਾਂ ਅਸਮਾਨ ਦੇ ਵਿੱਚ ਗਾਇਬ ਹੋ ਗਿਆ। ਕਿੱਧਰ ਗਿਆ ਘੋੜਾ? ਸਾਰੇ ਜਣੇ ਧਿਆਨ ਦੇ ਨਾਲ ਦੇਖਦੇ, ਕਿਤੋਂ ਪ੍ਰਾਪਤ ਨਹੀਂ ਹੁੰਦਾ। ਕਹਿੰਦੇ ਘੋੜਾ ਹੈ ਤੇ ਬਹੁਤ ਵੱਡਾ, ਕਿਸੇ ਪ੍ਰਕਾਰ ਕੋਈ ਉਹਨਾਂ ਦੀ ਗੁਪਤ ਵਸਤੂ ਵੀ ਨਹੀਂ ਹੈ ਜਿਹੜਾ ਕੋਈ ਲੁਕੋ ਕੇ ਲੈ ਗਿਆ ਹੋਵੇ। ਕਿਸੇ ਪ੍ਰਕਾਰ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ, ਸੂਝੀ ਨਹੀਂ ਪ੍ਰਾਪਤ ਹੁੰਦੀ ਘੋੜਾ ਗਿਆ ਕਿੱਧਰ। ਹੌਲੀ ਹੌਲੀ ਸ਼ਾਹਜਹਾਨ ਨੂੰ ਪਤਾ ਲੱਗ ਗਿਆ। ਉਹ ਜਦੋਂ ਆਇਆ, ਉਹਨੇ ਬੜੀ ਸਖਤਾਈ ਕੀਤੀ, ਮੱਥੇ ਤੇ ਹੱਥ ਮਾਰਿਆ। ਉਹ ਕਹਿੰਦਾ ਮੇਰੇ ਪਸੰਦੀਦਾ ਘੋੜਾ ਗੁਲਵਾਗ ਜਿਹੜਾ ਗਾਇਬ ਹੋ ਚੁੱਕਿਆ, ਗਿਆ ਤੇ ਗਿਆ ਕਿੱਥੇ? ਲੱਭੋ। ਕਿਹਨੇ ਆਪਣੀ ਮੌਤ ਨੂੰ ਬੁਲਾਵਾ ਦਿੱਤਾ, ਮੌਤ ਨੂੰ ਦਾਵਤ ਦਿੱਤੀ, ਜਿਹੜਾ ਮੇਰੇ ਘੋੜੇ ਨੂੰ ਚੁਰਾ ਕੇ ਲੈ ਗਿਆ। ਮੇਰਾ ਘੋੜਾ ਕਦਾਚਿਤ ਵੀ ਲੁਕਿਆ ਛੁਪਿਆ ਨਹੀਂ ਰਹੇਗਾ। ਮੇਰੀ ਫੌਜ, ਮੇਰੇ ਅਹਿਲਕਾਰ, ਮੇਰੇ ਵੱਡੇ ਵੱਡੇ ਛਪਾਈ ਘੋੜੇ ਨੂੰ ਲੱਭ ਲੈਣਗੇ, ਢੂੰਡ ਲੈਣਗੇ। ਕਿਨੇ ਆਪਣੇ ਆਪ ਨੂੰ, ਆਪਣੀ ਜ਼ਿੰਦਗੀ ਨਾਲ, ਆਪਣੀ ਜਾਨ ਦੇ ਨਾਲ ਪਿਆਰ ਨਹੀਂ ਕੀਤਾ? ਕਿਨੇ ਇਦਾਂ ਦੀ ਵੱਡੀ ਇਹ ਗਲਤੀ ਕੀਤੀ? ਕਹਿੰਦੇ ਉਹ ਆਪਣੇ ਆਪ ਨੂੰ ਕਦਾਚਿਤ ਵੀ ਸੁਰੱਖਿਅਤ ਨਹੀਂ ਮਹਿਸੂਸ ਕਰੇਗਾ। ਛੇਤੀ ਦੇਣੇ ਢੂੰਡੋ, ਲੱਭੋ। ਉਹਨਾਂ ਨੇ ਬੜਾ ਯਤਨ ਕੀਤਾ, ਲੱਭਦੇ ਰਹੇ, ਨਹੀਂ ਲੱਭਿਆ। ਲੱਭੇਗਾ ਵੀ ਕਿਵੇਂ? ਕਹਿੰਦੇ ਘੋੜਾ ਤੇ ਇਥੋਂ ਤਕਰੀਬਨ ਕਾਫੀ ਲੰਮੇ ਪੈਂਡੇ ਤੇ ਜਾ ਚੁੱਕਿਆ, ਭਾਈ ਰੂਪੇ ਨਗਰ ਵਿਖੇ ਪਹੁੰਚ ਚੁੱਕਿਆ, ਜੋ ਬਾਬਾ ਵਿਧੀ ਚੰਦ ਜੀ ਲੈ ਗਏ ਸਨ ਚੁਰਾ ਕੇ, ਪਹਿਲਾ ਘੋੜਾ ਘਾਈ ਬਣ ਕੇ। ਇਦਾਂ ਦੀ ਵਿਚਾਰ ਜਦੋਂ ਪ੍ਰਾਪਤ ਹੋਈ ਉਹਨਾਂ ਨੂੰ, ਅਜੇ ਤੱਕ ਵੀ ਸੋਝੀ ਨਹੀਂ ਪ੍ਰਾਪਤ ਹੋਈ ਘੋੜਾ ਗਿਆ ਕਿੱਥੇ। ਇਦਾਂ ਦੀ ਵਿਚਾਰ ਹੋਈ, ਪਹਿਲਾ ਘੋੜਾ ਬਾਬਾ ਵਿਧੀ ਚੰਦ ਜੀ ਲੈ ਗਏ ਸਨ। ਤਾਂ ਤੇ ਆਓ ਪਿਆਰੀ ਸੰਗਤ ਜੀਓ, ਕਥਾ ਵਿਚਾਰ ਦਾ ਜੋ ਸਮਾਂ ਸਮਾਪਤ ਹੋ ਚੁੱਕਿਆ। ਅਗਲੀ ਵਿਚਾਰ ਆਪਾਂ ਅੱਗੇ ਸਰਵਣ ਕਰਾਂਗੇ ਕਿ ਅੱਗੇ ਬਾਬਾ ਵਿਧੀ ਚੰਦ ਜੀ ਨੂੰ ਸਤਿਗੁਰੂ ਜੀ ਕਿਵੇਂ ਹੁਕਮ ਕਰਦੇ ਆ ਘੋੜਾ ਦੂਜਾ ਵੀ ਲੈ ਕੇ ਜਾਣਾ। ਉਹ ਸਤਿਗੁਰੂ ਜੀ ਕਿਵੇਂ ਹੁਕਮ ਕਰਦੇ ਭਾਈ ਵਿਧੀ ਚੰਦ ਨੂੰ, ਤੇ ਭਾਈ ਵਿਧੀ ਚੰਦ ਜੀ ਦੂਜਾ ਘੋੜਾ ਕਿਵੇਂ ਲੈ ਕੇ ਜਾਂਦੇ ਆ।
ਕਿਵੇਂ ਕਿਵੇਂ ਕਰਕੇ ਸਤਿਗੁਰੂ ਜੀ ਹੁਕਮ ਕਰਦੇ। ਹੁਣ ਦੋਨੇ ਘੋੜੇ ਸ਼ੁਰੂ ਤੋਂ ਪਹਿਲਾਂ ਤੋਂ ਇਕੱਠੇ ਰਹੇ ਨੇ। ਦਿਲਬਾਗ ਤੇ ਗੁਲਬਾਗ ਇਹ ਦੋਨੇ ਘੋੜੇ ਇਕੱਠੇ ਰਹੇ ਆ। ਹੁਣ ਵੱਡੇ ਹੋਇਆਂ ਨੂੰ ਜਦੋਂ ਵਿਛੋੜਿਆ ਗਿਆ, ਇੱਕ ਲਾਹੌਰ ਦੀ ਧਰਤੀ ਤੇ ਦੂਜਾ ਭਾਈ ਰੂਪੇ ਨਗਰ ਵਿਖੇ ਆ, ਜੋ ਬਾਬਾ ਵਿਧੀ ਚੰਦ ਜੀ ਲੈ ਗਏ। ਹੁਣ ਦੋਨਾਂ ਦਾ ਆਪਸ ਦੇ ਵਿੱਚ ਭਰਾਵਾਂ ਵਾਲਾ ਸੰਬੰਧ ਬਣਿਆ। ਘੋੜਿਆਂ ਦਾ ਦੋਨੋਂ ਆਪਸ ਦੇ ਵਿੱਚ ਜੀ ਨਹੀਂ ਲਾ ਰਹੇ। ਉਹ ਸਤਿਗੁਰੂ ਜੀ ਕਿਵੇਂ ਭਾਈ ਵਿਧੀ ਚੰਦ ਨੂੰ ਹੁਕਮ ਕਰਦੇ ਕਿ ਦੂਜਾ ਘੋੜਾ ਵੀ ਲੈ ਕੇ ਆਓ, ਤੇ ਕਿਵੇਂ ਲੈ ਕੇ ਜਾਂਦੇ ਆ, ਕੀ ਕੀ ਵਿਚਾਰ ਬਣਦੀ ਹੈ, ਤੇ ਕਿਵੇਂ ਕਿਵੇਂ ਸਤਿਗੁਰੂ ਦੀ ਬਖਸ਼ਿਸ਼ ਕਰਦੇ ਰਹਿੰਦੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਪਿਆਰਿਓ, ਅੱਜ ਦੀ ਵਿਚਾਰ ਇੱਥੋਂ ਤੱਕ ਪ੍ਰਵਾਨ ਕਰਨੀ। ਆਓ ਗੁਰੂ ਚਰਨਾਂ ਦੇ ਵਿੱਚ ਸਮਾਪਤੀ ਕਰਨ ਦਾ ਯਤਨ ਕਰੀਏ। ਸਤਿਗੁਰੂ ਜੀ ਕਿਰਪਾ ਕਰਦੇ ਨੇ।